Friends, good afternoon. I am Hanish Bansal. I am your business study lecturer. ਤਾਂ ਸਟੂਡੈਂਟਸ ਆਪਣਾ ਅੱਜ ਦਾ ਟੌਪਿਕ ਹੈ ਪਲੈਨਿੰਗ ਪ੍ਰੋਸੈਸ। ਇਹ +2 ਕਮਰਸ ਬਿਜ਼ਨਸ ਸਟੱਡੀ ਦੀ ਕਲਾਸ ਚੱਲ ਰਹੀ ਹੈ। ਇਸ ਤੋਂ ਪਹਿਲਾਂ ਆਪਾਂ ਜੋ ਵੀ ਲੈਕਚਰ ਲਗਾ ਚੁੱਕੇ ਤੁਸੀਂ ਮੇਰੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਤਾਂ ਸਟੂਡੈਂਟਸ ਅੱਜ ਦਾ ਇਹ ਆਪਣਾ ਲਾਸਟ ਟੌਪਿਕ ਹੈ ਪਲੈਨਿੰਗ ਪ੍ਰੋਸੈਸ, ਕਿਉਂਕਿ ਇਸ ਤੋਂ ਬਾਅਦ ਦਾ ਜਿਹੜਾ ਇੱਕ ਟੌਪਿਕ ਆ ਉਹ 2020-21 ਦੇ ਮੁਤਾਬਿਕ CBSE ਨੇ ਉਸ ਸਿਲੇਬਸ 'ਚੋਂ ਡਿਲੀਟ ਕਰ ਦਿੱਤਾ। ਠੀਕ ਹੈ, ਤਾਂ ਪਲੈਨਿੰਗ ਪ੍ਰੋਸੈਸ ਦੇਖੋ, ਪਲੈਨਿੰਗ ਪ੍ਰੋਸੈਸ ਕੀ ਹੁੰਦੇ ਨੇਗੇ। ਸਭ ਤੋਂ ਪਹਿਲਾ ਪੁਆਇੰਟ ਹੈ ਸੈਟਿੰਗ ਅਪ ਦਾ ਓਬਜੈਕਟਿਵ। ਕਹਿੰਦੇ ਪਲੈਨਿੰਗ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਆਪਣੇ ਓਬਜੈਕਟਿਵ ਨੂੰ ਕੀ ਕਰਨਾ ਹੁੰਦਾ, ਆਪਾਂ ਨੇ ਸੈੱਟ ਕਰਨਾ ਹੁੰਦਾ। ਠੀਕ ਹੈ, ਇਨ ਪਲੈਨਿੰਗ ਫੰਕਸ਼ਨ manager began with setting up objective because all the principle, procedure and method are framed achieving objectives only. The manager set up very clearly the objectives of the company, keeping in the mind the goal of the company and physical and financial resources of the company. Manager prefer to set up goal which can be achieved quickly and in a specific limit of time. After setting up the goals, the clearly defined goals are communicated to all the employees. ਕਹਿੰਦੇ ਸਭ ਤੋਂ ਪਹਿਲਾਂ ਤਾਂ ਆਪਾਂ ਪਲੈਨਿੰਗ ਦੇ ਵਿੱਚ ਇਹ ਦੇਖਦੇ ਆ ਕਿ ਆਪਾਂ ਆਪਣੇ ਜਿਹੜੇ ਵੀ ਗੋਲਸ ਨੇ ਆਪਾਂ ਪਹਿਲਾਂ ਉਹਨੂੰ ਸੈੱਟ ਕਰਾਂਗੇ। ਗੋਲਸ ਮਤਲਬ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਨੇ ਜਿਹੜੇ ਕਿਸ ਚੀਜ਼ ਨੂੰ ਆਪਾਂ ਨੇ ਅਚੀਵ ਕਰਨਾ, ਕਿਹੜੇ ਗੋਲਸ ਨੇਗੇ। ਪਹਿਲਾਂ ਤਾਂ ਆਪਾਂ ਗੋਲਸ ਨੂੰ ਆਪਾਂ ਕੀ ਕਰਾਂਗੇ, ਸੈੱਟ ਕਰਾਂਗੇ, ਜਾਂ ਆਪਾਂ ਕਿਹੜਾ ਓਬਜੈਕਟਿਵ ਆਪਣਾ ਹੈਗਾ ਜਿਹਨੂੰ ਆਪਾਂ ਨੇ ਅਚੀਵ ਕਰਨਾ। ਠੀਕ ਹੈ, ਜੋ ਸਪੈਸੀਫਿਕ ਲਿਮਿਟ ਆਫ ਟਾਈਮ ਦੇ ਵਿੱਚ ਅਚੀਵ ਹੋ ਜਾਵੇ। ਇਸ ਲਈ ਆਪਾਂ ਪਹਿਲਾਂ ਆਪਣੇ ਉਦੇਸ਼ ਕੀ ਕਰਾਂਗੇ, ਸੈੱਟ ਕਰਾਂਗੇ। ਅਗਲਾ ਪੁਆਇੰਟ ਆਉਂਦਾ ਹੈ ਡਿਵੈਲਪਿੰਗ ਪ੍ਰੀਮਾਈਜ਼ਸ ਰੈਫਰ ਟੂ ਮੇਕਿੰਗ ਅਜ਼ੰਪਸ਼ਨ ਰਿਗਾਰਡਿੰਗ ਫਿਊਚਰ। ਇਹਦੇ ਜਿਹੜੇ ਪ੍ਰੀਮਾਈਜ਼ਸ ਹੁੰਦੇ ਨੇ ਉਹ ਅਜ਼ੰਪਸ਼ਨ ਲਗਾਈ ਜਾਂਦੀ ਹੈ ਕਿ ਉਹ ਕਿਸ ਦੇ ਰਿਗਾਰਡਿੰਗ ਫਿਊਚਰ ਵਾਸਤੇ। Premises are the basis on which plans are made. It is a kind of forecast made keeping in view existing plan and any past information about various policy. There should be total agreement on all the assumption. The assumptions are made on the basis of forecasting. Forecast is the technique of gathering information. Common forecasts are made to find out the demand for a product, change in government or competitor policy, tax rate. And the developing premises ਦੇ ਵਿੱਚ ਕੀ ਹੁੰਦਾ, ਆਪਾਂ ਨੇ ਅਜ਼ੰਪਸ਼ਨ ਲਗਾਉਣੀ ਹੁੰਦੀ ਹੈ ਕਿ ਫਿਊਚਰ ਦੇ ਵਿੱਚ ਕਿ ਆਪਾਂ ਕਿਸ ਤਰੀਕੇ ਦਾ ਆਪਾਂ ਪਲਾਨ ਕਰੀਏ। ਆਪਾਂ ਕੀ ਕਰਦੇ ਹਾਂ ਕਿ ਆਪਾਂ ਪ੍ਰੈਜ਼ੈਂਟ ਦੇ ਵਿੱਚ ਪਾਸਟ ਐਕਸਪੀਰੀਅੰਸ ਨੂੰ ਦੇਖ ਕੇ ਫਿਊਚਰ ਲਈ ਆਪਾਂ ਕੀ ਬਣਾ ਲੈਂਦੇ ਹਾਂ, ਪਲਾਨ ਕਰ ਲੈਂਦੇ ਹਾਂ। ਠੀਕ ਹੈ, ਤਾਂ ਜੇਕਰ ਪਾਸਟ ਐਕਸਪੀਰੀਅੰਸ ਦੇ ਵਿੱਚ ਦੇਖਿਆ ਗਿਆ ਆਹ ਪਲਾਨ ਜੇਕਰ ਇਸ ਤਰੀਕੇ ਨਾਲ ਅਚੀਵ ਹੋਇਆ ਤਾਂ ਉਸ ਹਿਸਾਬ ਦੀ ਉਹੀ ਇਨਫੋਰਮੇਸ਼ਨ ਇਕੱਠੀ ਕਰਕੇ ਆਪਾਂ ਆਉਣ ਵਾਲੇ ਟਾਈਮ ਵਾਸਤੇ ਕੀ ਕਰਦੇ ਹਾਂ, ਪਲਾਨ ਕਰ ਲੈਂਦੇ ਹਾਂ। ਤਾਂ ਜੋ ਜਿੱਥੇ ਵੀ ਕੁਛ ਵੀ ਕੋਈ ਵੀ ਉਹ ਰਹਿੰਦੀ ਹੈ, ਕਮੀ ਪੇਸ਼ੀ ਰਹਿੰਦੀ ਹੈ, ਤਾਂ ਉਹ ਪੂਰੀ ਕੀਤੀ ਜਾ ਸਕੇ। ਤਾਂ ਇਹ ਪੁਆਇੰਟ ਉਹਦੇ ਵਿੱਚ ਆ ਜਾਂਦਾ ਡਿਵੈਲਪਿੰਗ ਪ੍ਰੀਮਾਈਜ਼ਸ ਦੇ ਵਿੱਚ। ਠੀਕ ਹੈ, ਇਹਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਕੋਮਨ ਫੋਰਕਾਸਟ ਕੀਤੀ ਜਾਂਦੀ ਹੈ, ਜਿਵੇਂ ਫਾਈਂਡ ਆਊਟ ਕੀਤਾ ਜਾਂਦਾ ਡਿਮਾਂਡ ਆਫ ਪ੍ਰੋਡਕਟ, ਕਿ ਜਿਹੜੇ ਪ੍ਰੋਡਕਟ ਦੀ ਡਿਮਾਂਡ ਕਿੰਨੀ ਰਹੀ, ਅੱਗੇ ਆਉਣ ਵਾਲੇ ਟਾਈਮ 'ਚ ਕਿੰਨੀ ਹੋਊਗੀ, ਕਿ ਆਉਣ ਵਾਲੇ ਟਾਈਮ 'ਚ ਇਹ ਵੀ ਦੇਖਿਆ ਜਾਂਦਾ ਹੈ ਕਿ ਗੌਰਮੈਂਟ ਦੀ ਕੀ ਚੇਂਜਸ ਆ ਸਕਦੇ ਨੇ, ਕਿ ਆਪਾਂ ਟੈਕਸ ਪੋਲਿਸੀ ਉਹ ਚੇਂਜ ਕਰ ਸਕਦੀ ਹੈ। ਤਾਂ ਉਸ ਨਾਲ ਰਿਲੇਟਡ ਵੀ ਆਪਾਂ ਨੂੰ ਤਿਆਰ ਹੋ ਕੇ ਪਲਾਨ ਕਰਨਾ ਪੈਂਦਾ ਆਪਾਂ ਨੂੰ। ਕਲੀਅਰ ਹੈ ਗੱਲ, ਸਾਰਿਆਂ ਨੂੰ ਸਟੂਡੈਂਟ ਨੂੰ ਕਲੀਅਰ ਹੋ ਗਿਆ ਹੋਣਾ। ਪਹਿਲਾਂ ਤਾਂ ਆਪਾਂ ਓਬਜੈਕਟ ਸੈੱਟ ਕਰਦੇ ਹਾਂ ਕਿ ਆਪਣੇ ਉਦੇਸ਼ ਕੀ ਨੇਗੇ। ਉਦੇਸ਼ ਦੇ ਵਿੱਚ ਫਿਜ਼ੀਕਲੀ ਅਤੇ ਫਾਈਨੈਂਸ਼ੀਅਲ ਰਿਸੋਰਸਿਸ ਦੇਖੇ ਜਾਂਦੇ ਨੇ ਕਿ ਹਾਂ ਵੀ ਆਪਣੇ ਕੋਲ ਮਟੀਰੀਅਲ ਅਵੇਲੇਬਲ ਹੈ ਕਿ ਨਹੀਂ। ਜਿਹੜਾ ਉਦੇਸ਼ ਆਪਾਂ ਬਣਾਉਣ ਜਾ ਰਹੇ ਹਾਂ ਉਹ ਉਦੇਸ਼ ਦੇ ਵਿੱਚ ਆਪਾਂ ਨੂੰ ਆਪਣੇ ਗੋਲ ਨੂੰ ਅਚੀਵ ਕਰਨ ਵਾਸਤੇ ਆਪਾਂ ਪਹਿਲਾਂ ਓਬਜੈਕਟਿਵ ਨੂੰ ਸੈੱਟ ਕਰ ਲੈਂਦੇ ਹਾਂ। ਦੂਸਰੇ ਦੇ ਵਿੱਚ ਡਿਵੈਲਪਿੰਗ ਪ੍ਰੀਮਾਈਜ਼ਸ ਹੈ, ਜਿਹਦੇ ਵਿੱਚ ਆਪਾਂ ਨੇ ਇਹ ਦੇਖਣਾ ਹੁੰਦਾ ਕਿ ਪਾਸਟ ਐਕਸਪੀਰੀਅੰਸ, ਪਾਸਟ ਦੀ ਇਨਫੋਰਮੇਸ਼ਨ ਨੂੰ ਚੁੱਕ ਕੇ ਆਪਾਂ ਪ੍ਰੈਜ਼ੈਂਟ ਦੇ ਵਿੱਚ ਫਿਊਚਰ ਲਈ ਪਲਾਨ ਕਰਦੇ ਹਾਂ। ਇਹਦੇ ਵਿੱਚ ਬਹੁਤ ਸਾਰੀ ਪੋਲਿਸੀਜ਼ ਹੁੰਦੀਆਂ ਨੇਗੀਆਂ, ਜਿਹਦੇ ਵਿੱਚ ਆਪਾਂ ਨੂੰ ਪ੍ਰੋਡਕਟ ਦੀ ਡਿਮਾਂਡ, ਗੌਰਮੈਂਟ ਦੀ ਪੋਲਿਸੀ, ਸਾਰਾ ਕੁਛ ਆਪਾਂ ਨੂੰ ਉਸੇ ਹਿਸਾਬ ਨਾਲ ਦੇਖ ਕੇ ਆਪਾਂ ਨੂੰ ਤਿਆਰ ਕਰਨਾ ਪੈਂਦਾ ਹੈ। ਨੈਕਸਟ ਪੁਆਇੰਟ ਆ ਜਾਂਦਾ ਲਿਸਟਿੰਗ ਦਾ ਵੇਰੀਅਸ ਅਲਟਰਨੇਟਿਵਸ ਫॉर ਅਚੀਵਿੰਗ ਦਾ ਓਬਜੈਕਟਿਵ।
And then after setting up the of objective, the manager make a list of alternatives through which the organization can achieve its objectives, as there can be many ways to achieve the objectives and the manager must know all the ways to reach the objectives। ਕਹਿੰਦੇ ਜਿਹੜਾ ਵੀ ਓਬਜੈਕਟਿਵ ਆਪਾਂ ਨੇ ਅਚੀਵ ਕਰਨਾ ਉਹਦੀ ਆਪਾਂ ਕੀ ਕਰ ਲੈਂਦੇ ਹਾਂ, ਇੱਕ ਲਿਸਟ ਤਿਆਰ ਕਰ ਲੈਂਦੇ ਹਾਂ। ਠੀਕ ਹੈ, ਉਹਦੀ ਲਿਸਟ ਤਿਆਰ ਕਰ ਲੈਂਦੇ ਹਾਂ ਤਾਂ ਜੋ ਆਪਣੇ ਓਬਜੈਕਟਿਵ ਕੀ ਹੋ ਸਕਣ, ਅਚੀਵ ਹੋ ਸਕਣ। ਠੀਕ ਹੈ, ਆਪਾਂ ਲਿਸਟ ਦੇ ਵਿੱਚ ਕੀ ਤਿਆਰ ਕਰ ਲੈਂਦੇ ਹਾਂ, ਜਿਵੇਂ ਐਗਜ਼ਾਮਪਲ ਹੈ ਆਪਾਂ ਨੇ ਓਬਜੈਕਟਿਵ ਬਣਾ ਲਿਆ ਕਿ ਆਪਾਂ ਆਪਣੀ ਸੇਲ ਨੂੰ 10% ਇਨਕਰੀਜ਼ ਕਰਾਂਗੇ, ਤਾਂ ਕੀ ਕਰਨਾ ਪਏਗਾ, ਬਾਏ ਐਡਿੰਗ ਮੋਰ ਲਾਈਨ ਆਫ ਪ੍ਰੋਡਕਟ, ਬਾਏ ਆਫਰਿੰਗ, ਕਿ ਆਪਾਂ ਐਡਿੰਗ ਹੋਰ ਲਾਈਨ ਦੇ ਪ੍ਰੋਡਕਟ ਐਡ ਕਰੀਏ ਜਾਂ ਡਿਸਕਾਊਂਟ ਬਣਾਈਏ ਜਾਂ ਆਪਣਾ ਐਡਵਰਟਾਈਜ਼ਮੈਂਟ ਕਰੀਏ ਜਾਂ ਮਾਰਕੀਟ ਦੇ ਵਿੱਚ ਸ਼ੇਅਰ ਇਨਕਰੀਜ਼ ਕਰੀਏ ਜਾਂ ਸੇਲਜ਼ਮੈਨ ਡੋਰ ਟੂ ਡੋਰ ਅਪੋਇੰਟ ਕਰੀਏ, ਇਹ ਜਿਹਾ ਕੀ ਚੀਜ਼ ਕਰੀਏ ਤਾਂ ਜੋ ਆਪਣੀ ਸੇਲ 10% ਹੋਰ ਵੱਧ ਜਾਵੇ। ਤਾਂ ਉਸ ਓਬਜੈਕਟਿਵ ਨੂੰ ਚੀਜ਼ ਕਰਨ ਲਈ ਆਪਾਂ ਨੂੰ ਬਹੁਤ ਸਾਰੀ ਲਿਸਟ ਤਿਆਰ ਕਰਨੀ ਪੈਂਦੀ ਹੈ ਤਾਂ ਜੋ ਆਪਣਾ ਦੇਖੋ ਮੈਂ ਐਗਜ਼ਾਮਪਲ 'ਚ ਤੁਹਾਨੂੰ ਮੈਂ ਸਮਝਾਇਆ ਕਿ ਇਹ ਜਿਹੜੀ ਲਿਸਟ ਹੈ ਐਵੇਂ ਕੋਈ ਵੀ ਓਬਜੈਕਟਿਵ ਨੂੰ ਅਚੀਵ ਕਰਨ ਲਈ ਇਸ ਤਰੀਕੇ ਨਾਲ ਬਹੁਤ ਸਾਰੇ ਵੇਰੀਅਸ ਅਲਟਰਨੇਟਿਵਸ ਹੁੰਦੇ ਨੇ ਕਿ ਇਹਨਾਂ ਅਲਟਰਨੇਟਿਵ 'ਚ ਅੱਜ ਕਿਹੜੀ ਚੀਜ਼ ਆਪਾਂ ਬਣਾਈਏ ਕਿ ਆਪਣੇ ਓਬਜੈਕਟਿਵ ਅਚੀਵ ਹੋ ਸਕਣ। ਨੈਕਸਟ ਪੁਆਇੰਟ ਕੀ ਆਉਂਦਾ, ਇਵੈਲੂਏਸ਼ਨ ਆਫ ਡਿਫਰੈਂਟ ਅਲਟਰਨੇਟਿਵ। ਹੁਣ ਜਿਹੜੇ ਅਲਟਰਨੇਟਿਵਸ ਆਪਾਂ ਬਣਾਏ ਨੇਗੇ ਉਹਨਾਂ ਦੇ ਵਿੱਚ ਆਪਾਂ ਕੀ ਕਰਾਂਗੇ, ਮੁਲਾਂਕਣ ਕਰਾਂਗੇ, ਇਵੈਲੂਏਟ ਕਰਾਂਗੇ। ਆਫਟਰ ਮੇਕਿੰਗ ਦਾ ਲਿਸਟ ਆਫ ਵੇਰੀਅਸ ਅਲਟਰਨੇਟਿਵ ਅਲੋਂਗ ਵਿਦ ਦਾ ਅਜ਼ੰਪਸ਼ਨ ਸਪੋਰਟਿੰਗ ਦੈਮ, the manager start evaluating each and every alternatives and note down the positive and negative impact of every alternative। After the manager start eliminating the alternative with more of negative aspects and the one with the maximum positive aspect and with the most feasible assumption is selected as best alternatives are evaluated in the light of their feasibility। ਇਹਦੇ ਹੋਰ ਡਿਫਰੈਂਟ ਅਲਟਰਨੇਟਿਵਸ ਕਿਹੜੇ ਹੋ ਸਕਦੇ ਨੇ। ਡਿਫਰੈਂਟ ਅਲਟਰਨੇਟਿਵਸ ਵਿੱਚ ਆਪਾਂ ਨੂੰ ਕੀ ਕਰਨਾ ਹੈ, ਪਹਿਲਾਂ ਉਹਨਾਂ ਸਾਰੇ ਜਿੰਨੇ ਵੀ ਆਪਾਂ ਅਲਟਰਨੇਟਿਵ ਬਣਾਏ ਨੇ, ਹੁਣ ਜਿਵੇਂ ਮੰਨ ਲਓ ਮੈਨੇ ਆਫਰਿੰਗ ਕੀਤਾ ਡਿਸਕਾਊਂਟ ਦੇ ਆਫਰ ਕਰਨ ਨਾਲ ਮੈਂ ਦੇਖੂੰਗਾ ਕਿ ਮੈਂ ਜੇਕਰ ਡਿਸਕਾਊਂਟ ਕਰ ਦਿੱਤਾ ਜਾਵੇ ਤਾਂ ਮੇਰੇ ਡਿਸਕਾਊਂਟ ਕਰਨ ਨਾਲ ਪੋਜ਼ੀਟਿਵ ਇਫੈਕਟ ਪਏਗਾ ਜਾਂ ਨੈਗੇਟਿਵ ਇਫੈਕਟ ਪਏਗਾ, ਉਹਦੇ ਨਾਲ ਕੀ ਫਾਇਦਾ ਹੋਏਗਾ, ਕੀ ਨੁਕਸਾਨ ਹੋਏਗਾ, ਇਹ ਸਾਰੀ ਕੀ ਕਰਨੀ ਪਊਗੀ, ਮੈਨੂੰ ਜਾਂਚ ਕਰਨੀ ਪਏਗੀ, ਇਵੈਲੂਏਸ਼ਨ ਕਰਨੀ ਪਏਗੀ। ਜਦੋਂ ਇਵੈਲੂਏਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਕੀ ਕਰ ਦਿੰਦੇ ਹਾਂ, ਸਿਲੈਕਟ ਕਰ ਲੈਂਦੇ ਹਾਂ ਆਪਣੇ ਅਲਟਰਨੇਟਿਵਸ ਨੂੰ, ਸਿਲੈਕਟ ਕਰ ਲੈਂਦੇ ਹਾਂ। ਹੁਣ ਜਿਹੜੇ ਵੀ ਆਪਾਂ ਨੇ ਪਹਿਲਾਂ ਤਾਂ ਲਿਸਟ ਤਿਆਰ ਕਰ ਲਈ ਕਿ ਆਹ ਲਿਸਟ ਦੇ ਵਿੱਚ ਆਪਾਂ ਨੇ ਕੋਈ ਓਬਜੈਕਟਿਵ ਅਚੀਵ ਕਰਨਾ ਤਾਂ ਆਹ ਲਿਸਟ ਦੇ ਤਿਆਰ ਕਰ ਲਈ, ਫਿਰ ਲਿਸਟ ਦੇ ਵਿੱਚ ਆਪਾਂ ਇਵੈਲੂਏਸ਼ਨ ਕਰ ਲਈ ਹਰ ਲਿਸਟ ਦੇ ਮੁਤਾਬਿਕ ਕਿ ਜੇਕਰ ਇਹ ਕੀਤਾ ਤਾਂ ਆਹ ਹੋਊਗਾ, ਇਹ ਕੀਤਾ ਤਾਂ ਆਹ ਹੋਊਗਾ, ਤਾਂ ਉਹਨਾਂ ਦੇ ਵਿੱਚ ਆਪਾਂ ਨੇ ਕੀ ਕੀਤਾ, ਸਿਲੈਕਟ ਕਰ ਲਿਆ ਅਲਟਰਨੇਟਿਵਸ। The best alternative is selected, but as such there is no mathematical formula to select the best alternative। Sometimes instead of selecting one alternative, a combination of different alternatives can also be selected। The most ideal plan is most feasible, profitable and with the least negative consequences। After preparing the main plan, the organization has to make a number of small plans to support the main plan। These plans are related to performance of routine job in the organization। These are derived from the major plan, so they are known as derivative plans। These plans are must for accomplishing the objective of main plan। The common supportive plans are plans to buy equipment, plan of recruitment, selection of employee, plan to buy raw materials। ਕਹਿੰਦੇ ਹੁਣ ਜੇਕਰ ਆਪਾਂ ਨੇ ਬੈਸਟ ਅਲਟਰਨੇਟਿਵ ਚੂਜ਼ ਕਰਨਾ ਹੁੰਦਾ ਜਦੋਂ ਆਪਾਂ ਜਾਂਚ ਪੜਤਾਲ ਕਰ ਲਈ, ਇਹ ਵੀ ਜ਼ਰੂਰੀ ਨਹੀਂ ਜਿਹੜਾ ਆਪਾਂ ਅਲਟਰਨੇਟਿਵ ਚੂਜ਼ ਕਰ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਕਿ ਉਹੀ ਆਪਣਾ ਅਲਟਰਨੇਟਿਵਸ ਵਧੀਆ ਹੋਵੇ, ਕੀ ਪਤਾ ਉਹ ਆਪਾਂ ਨੂੰ ਨੈਗੇਟਿਵ ਇਫੈਕਟ ਵੀ ਦੇ ਸਕਦਾ। ਤਾਂ ਫਿਰ ਆਪਾਂ ਨੂੰ ਉਸ ਹਿਸਾਬ ਨਾਲ ਦਿਮਾਗ ਲਗਾਉਣਾ ਪੈਣਾ ਹੈ ਕਿ ਅਗਰ ਜੇਕਰ ਆਪਣਾ ਅਲਟਰਨੇਟਿਵ ਇਹ ਚੂਜ਼ ਕੀਤਾ ਤਾਂ ਇਹ ਜੇਕਰ ਕੰਮ ਨਹੀਂ ਆਉਂਦਾ ਤਾਂ ਆਪਾਂ ਆਪਣੀ ਸਿਚੁਏਸ਼ਨ ਤੋਂ ਉੱਭਰਨ ਵਾਸਤੇ ਤਾਂ ਦੂਸਰਾ ਅਲਟਰਨੇਟਿਵ ਵੀ ਚੂਜ਼ ਕਰ ਲਈਏ ਤਾਂ ਜੋ ਆਪਾਂ ਆਪਣੇ ਓਬਜੈਕਟਿਵ ਨੂੰ ਅਚੀਵ ਕਰ ਸਕੀਏ। ਅੱਗੇ ਆ ਜਾਂਦਾ ਸਟੂਡੈਂਟਸ ਇੰਪਲੀਮੈਂਟਿੰਗ ਦਾ ਪਲਾਨ। ਜਦੋਂ ਆਪਾਂ ਅਲਟਰਨੇਟਿਵ ਚੂਜ਼ ਕਰ ਲੈਂਦੇ ਹਾਂ ਫਿਰ ਉਹਨੂੰ ਆਪਾਂ ਕੀ ਕਰ ਦਿੰਦੇ ਹਾਂ, ਪਲਾਨ ਨੂੰ ਇੰਪਲੀਮੈਂਟ ਕਰ ਦਿੰਦੇ ਹਾਂ।
ठीक है इंप्लीमेंट कर देना जिमें द मैनेजर प्रिपेयर और ड्राफ्ट द मेन एंड सपोर्टिव प्लान ऑन पेपर बट देयर इज़ नो यूज़ ऑफ दिस प्लान अनलेस द until these are put in action. For implementing the plan or putting the plan into action, the manager start communicating the plan to all the employees are very clearly because the employee actually have to carry on the activities according to specification of plan. After communicating the plan to employee and taking their support, the manager start allocating the resources according to the specification of a plan. ਫਿਰ ਆਪਾਂ ਕੀ ਕਰਦੇ ਆ ਪਲਾਨ ਨੂੰ ਇੰਪਲੀਮੈਂਟ ਕਰ ਲੈਂਦੇ ਹਾਂ। ਇੰਪਲੀਮੈਂਟ ਦਾ ਮਤਲਬ ਕੀ ਹੁੰਦਾ ਜਿਹੜਾ ਪਲਾਨ ਆਪਾਂ ਸਿਲੈਕਟ ਕੀਤਾ ਉਹ ਪਲਾਨ ਨੂੰ ਫਿਰ ਬਾਅਦ ਦੇ ਵਿੱਚ ਉਹਨੂੰ ਪੁੱਟ ਕਰਦੇ ਆ ਕਿ ਹਾਂ ਹੁਣ ਆਪਾਂ ਇਹ ਪਲਾਨ ਨੂੰ ਸਿਲੈਕਟ ਕਰ ਲਿਆ, ਹੁਣ ਇਹ ਪਲਾਨ ਨੂੰ ਪੂਰਾ ਕਰਨ ਵਾਸਤੇ ਕਿਹੜਾ ਇੰਪਲੋਈ ਚਾਹੀਦਾ, ਕਿਹੜਾ ਸਟਰਕਚਰ ਆਪਾਂ ਨੂੰ ਚਾਹੀਦਾ ਅਤੇ ਕਿਸ ਤਰੀਕੇ ਨਾਲ ਆਪਾਂ ਕੋਡਿੰਗ ਇਸ ਪਲਾਨ ਨੂੰ ਪੂਰਾ ਕਰਨ ਲਈ ਕਿਹੜੇ ਸਪੈਸੀਫਿਕੇਸ਼ਨ ਕਿਹੜੀ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਪਏਗੀ ਤਾਂ ਜੋ ਇਹ ਪਲਾਨ ਆਪਣਾ ਪੂਰਾ ਹੋ ਜਾਵੇ। ਫਿਰ ਆਪਾਂ ਫੋਲੋ ਅਪ ਕਰਦੇ ਹਾਂ। ਠੀਕ ਹੈ ਪਲੈਨਿੰਗ ਇਜ਼ ਕੰਟੀਨਿਊ ਪਰਸੈਂਟ ਦਾ ਮੈਨੇਜਰ ਜੋਬ ਡਜ਼ ਨੋਟ ਗੈਟ ਓਵਰ ਸਿੰਪਲੀਫਾਈ। ਜਦੋਂ ਐਵੇਂ ਨਹੀਂ ਹੈਗਾ ਕਿ ਜੇਕਰ ਇੱਕ ਵਾਰ ਪਲਾਨ ਕਰ ਲਿਆ ਫਿਰ ਮੈਨੇਜਰ ਦੀ ਜੋਬ ਖਤਮ ਹੋ ਗਈ ਤਾਂ ਓਵਰ ਹੋ ਗਿਆ ਤਾਂ ਉਸ ਨੂੰ ਕੇਅਰਫੁਲ ਰਹਿਣਾ ਪਏਗਾ ਕਿ ਹਾਂ ਜਿਹੜਾ ਪਲਾਨ ਤੁਸੀਂ ਸਿਲੈਕਟ ਕੀਤਾ ਕਿ ਉਹ ਪਲਾਨ ਅੱਗੇ ਇੰਪਲੀਮੈਂਟ ਹੋਏਗਾ ਜਾਂ ਨਹੀਂ ਹੋਏਗਾ, ਜਾਂ ਉਹ ਪਲਾਨ ਸਕਸੈਸਫੁਲੀ ਰਨ ਕਰ ਰਿਹਾ ਕਿ ਨਹੀਂ ਕਰ ਰਿਹਾ। ਕਈ ਵਾਰ ਕੀ ਹੁੰਦਾ ਸਿਚੁਏਸ਼ਨ ਚੇਂਜ ਹੋਣ ਕਰਕੇ ਵੀ ਆਪਣਾ ਪਲਾਨ ਇੰਪਲੀਮੈਂਟ ਨਹੀਂ ਕਰ ਰਿਹਾ ਹੁੰਦਾ ਤਾਂ ਫੋਲੋ ਇਸ ਲਈ ਆਪਾਂ ਨੂੰ ਮੈਨੇਜਰ ਨੂੰ ਟਾਈਮ ਟੂ ਟਾਈਮ ਹਰ ਸਿਚੁਏਸ਼ਨ ਦੇ ਵਿੱਚ ਉਹਨੂੰ ਤਿਆਰ ਰਹਿਣਾ ਪਏਗਾ। ਜੇਕਰ ਸਿਚੁਏਸ਼ਨ ਕਈ ਵਾਰ ਬਦਲ ਜਾਂਦੀ ਹੈ ਤਾਂ ਉਸ ਨੂੰ ਉਸ ਹਿਸਾਬ ਨਾਲ ਆਪਣਾ ਪਲਾਨ ਵੀ ਚੇਂਜ ਕਰਨਾ ਪਏਗਾ, ਉਹਨੂੰ ਆਪਣੇ ਅਲਟਰਨੇਟਿਵਸ ਵੀ ਚੇਂਜ ਕਰਨੇ ਪੈ ਸਕਦੇ ਨੇ। ਅੱਗੇ ਦੇਖੋ here the monitoring of plan is very important because it helps to verify whether the condition and prediction assumed in plan are holding true in present situation. ठीक है during follow up many adjustment are made in the plan. For example, if the expenditure planning is done keeping in mind 5% inflation rate, but in present situation if the inflation rate rises into 10%, then during follow up the manager make changes in the plan according to the 10% inflation rate. ਠੀਕ ਹੈ ਤਾਂ ਸਿੰਪਲ ਗੱਲ ਹੈ ਜਿਹੜਾ ਵੀ ਆਪਾਂ ਨੇ ਠੀਕ ਹੈ ਪਲਾਨ ਬਣਾਇਆ ਤਾਂ ਉਹ ਪਲਾਨ ਨੂੰ ਆਪਾਂ ਨੇ ਫੋਲੋ ਅਪ ਕਰਨਾ। ਕਈ ਵਾਰ ਕੀ ਹੁੰਦਾ ਸਿਚੁਏਸ਼ਨ ਬਦਲ ਜਾਂਦੀ ਹੈ, ਬੂਮ ਪੀਰੀਅਡ ਆ ਜਾਂਦਾ, ਡਿਪਰੈਸ਼ਨ ਪੀਰੀਅਡ ਆ ਜਾਂਦਾ, ਉਸ ਦੇ ਮੁਤਾਬਿਕ ਆਪਾਂ ਨੂੰ ਪਲਾਨ ਚੇਂਜ ਕਰਨਾ ਪੈਂਦਾ ਤਾਂ ਉਸ ਨੂੰ ਉਸ ਮੈਨੇਜਰ ਨੂੰ ਉਸ ਹਿਸਾਬ ਨਾਲ ਤਿਆਰ ਰਹਿਣਾ ਚਾਹੀਦਾ ਤਾਂ ਜੋ ਆਪਣਾ ਪਲਾਨ ਸਹੀ ਤਰੀਕੇ ਨਾਲ ਰਨ ਕਰ ਸਕੇ। ਕਲੀਅਰ ਹੈ ਸਟੂਡੈਂਟਸ। ਇਹਦੇ ਨਾਲ ਰਿਲੇਟਡ ਸਟੂਡੈਂਟਸ MCQs ਨੇ in which steps of planning process the best and most feasible plan be chosen to be implemented। ਕਹਿੰਦੇ ਜਦੋਂ ਪਲੈਨਿੰਗ ਪ੍ਰੋਸੈਸ ਦੇ ਵਿੱਚ ਬੈਸਟ ਅਤੇ ਮੋਸਟ ਫਿਜ਼ੀਬਲ ਪਲਾਨ ਕਿਹੜੇ ਨੇਗੇ ਪਲਾਨ ਵਿਲ ਬੀ ਚੂਜ਼ਨ ਟੂ ਇੰਪਲੀਮੈਂਟਡ। ਜਦੋਂ ਇੰਪਲੀਮੈਂਟ ਕਰਨਾ ਹੁੰਦਾ ਤਾਂ ਸਿਲੈਕਟਿੰਗ ਐਂਡ ਅਲਟਰ ਸਿਲੈਕਟ ਵਾਲੇ ਤਾਂ ਇੰਪਲੀਮੈਂਟ ਵਾਲੀ ਚੀਜ਼ ਤਾਂ ਹੈ ਨਹੀਂ, ਡਿਵੈਲਪਿੰਗ ਪ੍ਰੀਮਾਈਜ਼ਸ 'ਚ ਇੰਪਲੀਮੈਂਟ ਵਾਲੀ ਚੀਜ਼ ਨਹੀਂ ਹੈਗੀ, ਇਵੈਲੂਏਟਿੰਗ ਅਲਟਰਨੇਟਿਵ ਕੋਰਸ ਆਫ ਐਕਸ਼ਨ ਹੁਣ ਜਦੋਂ ਆਪਾਂ ਬੈਸਟ ਐਂਡ ਮੋਸਟ ਫਿਜ਼ੀਬਲ ਪਲਾਨ ਕਰ ਰਹੇ ਹਾਂ ਤਾਂ ਚੂਜ਼ ਕਰਨ ਦੀ ਗੱਲ ਆ ਜਾਏ ਤਾਂ ਇਹ ਪੁਆਇੰਟ ਆ ਜਾਂਦਾ C ਪੁਆਇੰਟ ਇਹਦੇ ਅੰਦਰ ਆਨਸਰ ਆ ਜਾਏਗਾ। ਠੀਕ ਹੈ ਸਟੂਡੈਂਟਸ ਤਾਂ ਸਟੂਡੈਂਟਸ ਇਹਦੇ ਵਿੱਚ ਦੇਖੋ ਇੱਕ ਵਾਰ ਤਾਂ ਆਪਾਂ ਨੂੰ ਕਲੋਜ਼ ਆਨਸਰ ਦਿੱਤੇ ਹੋਏ ਨੇ ਜਿਵੇਂ ਸੈਟਿੰਗ ਅਪ ਓਬਜੈਕਟਿਵ। ਠੀਕ ਹੈ ਹੁਣ ਜੇਕਰ ਇਨ ਵਿਚ ਸਟੈਪਸ ਆਫ ਪਲੈਨਿੰਗ ਪ੍ਰੋਸੈਸ ਦਾ ਬੈਸਟ ਐਂਡ ਮੋਸਟ ਫਿਜ਼ੀਬਲ ਪਲਾਨ ਵਿਲ ਬੀ ਚੂਜ਼ਨ ਟੂ ਬੀ ਇੰਪਲੀਮੈਂਟਡ। ਦੇਖੋ ਇਹ ਹੁਣ ਇੱਥੇ ਆਪਾਂ ਨੂੰ ਸਟੈਪ ਦੇ ਵਿੱਚ ਇਹ ਦੇਖਣਾ ਕਿ ਬੈਸਟ ਅਤੇ ਮੋਸਟ ਫਿਜ਼ੀਬਲ ਪਲਾਨ ਕਿਹੜਾ ਹੋ ਸਕਦਾ। ਠੀਕ ਹੈ ਹੁਣ ਆਵਲ ਸਿਲੈਕਟਿੰਗ ਐਂਡ ਅਲਟਰਨੇਟਿਵਸ। ਠੀਕ ਹੈ ਡਿਵੈਲਪਿੰਗ ਪ੍ਰੀਮਾਈਜ਼ਸ, ਇਵੈਲੂਏਟਿੰਗ ਅਲਟਰਨੇਟਿਵ ਕੋਰਸ ਆਫ ਐਕਸ਼ਨ, ਸੈਟਿੰਗ ਅਪ ਓਬਜੈਕਟਿਵ। ਡਿਵੈਲਪਿੰਗ ਪ੍ਰੀਮਾਈਜ਼ਸ ਅਤੇ ਸੈਟਿੰਗ ਆਫ ਓਬਜੈਕਟਿਵ ਤਾਂ ਇਹਦੇ ਵਿੱਚ ਗੱਲ ਕਰ ਹੀ ਨਹੀਂ ਰਿਹਾ। ਠੀਕ ਹੈ ਇਵੈਲੂਏਟਿੰਗ ਅਲਟਰਨੇਟਿਵ ਕੋਰਸ ਆਫ ਐਕਸ਼ਨ ਅਤੇ ਸਿਲੈਕਟਿੰਗ ਐਂਡ ਅਲਟਰਨੇਟਿਵਸ। ਹੁਣ ਦੇਖੋ ਇਹ 'ਚ ਪੜ੍ਹਨਾ ਸਟੈਪ ਦਾ ਪਲੈਨਿੰਗ ਪ੍ਰੋਸੈਸ ਬੈਸਟ ਐਂਡ ਮੋਸਟ ਫਿਜ਼ੀਬਲ ਪਲਾਨ ਵਿਲ ਬੀ ਚੂਜ਼ਨ ਟੂ ਬੀ ਇੰਪਲੀਮੈਂਟਡ। ਕਹਿੰਦੇ ਆਪਾਂ ਨੇ ਕਿਹੜਾ ਪਲਾਨ ਇਹਦੇ ਵਿੱਚ ਬੈਸਟ ਤੋਂ ਬੈਸਟ ਚੂਜ਼ ਕਰਨਾ ਤਾਂ ਜੋ ਆਪਣੇ ਗੋਲਸ ਅਚੀਵ ਹੋ ਸਕਣ। ਤਾਂ ਸਿਲੈਕਟ ਦਾ ਅਲਟਰਨੇਟਿਵ ਇਵੈਲੂਏਟਿੰਗ। ਹੁਣ A ਅਤੇ C ਬਹੁਤ ਹੀ ਕਲੋਜ਼ ਆਨਸਰ ਨੇਗੇ। ਠੀਕ ਹੈ ਕਿਉਂਕਿ ਇਹ ਸਿਲੈਕਟ ਦਾ ਅਲਟਰਨੇਟਿਵ ਤੋਂ ਬਾਅਦ ਕੀ ਕਰਨਾ ਹੁੰਦਾ ਆਪਾਂ ਨੇ ਜਿਵੇਂ ਇੱਥੇ ਇਵੈਲੂਏਟ ਕਰਨ ਤੋਂ ਬਾਅਦ ਆਪਾਂ ਨੇ ਸਿਲੈਕਟ ਕਰਨਾ ਹੁੰਦਾ।
ਠੀਕ ਹੈ। ਇਵੈਲੂਏਟਿੰਗ ਕਰਨ ਤੋਂ ਬਾਅਦ ਸਿਲੈਕਟ ਕਰਨਾ ਹੁੰਦਾ। ਹੁਣ ਇਵੈਲੂਏਟਿੰਗ ਦੇ ਵਿੱਚ ਆਪਾਂ ਜਾਂਚ ਕਰ ਰਿਹਾ, ਸਿਲੈਕਟ ਦੇ ਵਿੱਚ ਆਪਾਂ ਉਹ ਜਿਹੜਾ ਇਵੈਲੂਏਟਿੰਗ ਕੀਤੀ ਉਹਦਾ ਆਪਾਂ ਸਿਲੈਕਟ ਕੀਤਾ। ਤਾਂ ਇਹਦੇ ਵਿੱਚ ਸਿਰਫ ਸਿੰਪਲ ਪੁਆਇੰਟ ਹੈ, ਜਦੋਂ ਆਪਾਂ ਚੂਜ਼ ਕਰਨ ਦੀ ਗੱਲ ਆ ਜਾਏ ਤਾਂ ਸਿੰਪਲ ਏ ਪੁਆਇੰਟ ਆ ਜਾਏਗਾ, ਸਿਲੈਕਟ ਐਨ ਅਲਟਰਨੇਟਿਵਸ ਆ ਜਾਏਗਾ। ਅਗਰ ਉਹ ਪਲਾਨ ਬੈਸਟ ਤੇ ਬੈਸਟ ਆਪਾਂ ਕੱਢਣ ਦੀ ਗੱਲ ਆ ਜਾਏ ਤਾਂ ਸੀ ਪੁਆਇੰਟ ਆ ਜਾਏਗਾ। ਕਲੀਅਰ ਗੱਲ। ਤਾਂ ਇਸ ਕੇਸ ਸਟੱਡੀ ਦਾ ਆਨਸਰ ਏ ਆਏਗਾ। ਅੱਗੇ ਆਉਂਦਾ ਇਨ ਵਿਚ ਸਟੈਪ ਆਫ ਪਲੈਨਿੰਗ ਪ੍ਰੋਸੈਸ ਐਂਡ ਪ੍ਰੋਜ਼ ਐਂਡ ਕੌਨਸ ਆਫ ਈਚ ਅਲਟਰਨੇਟਿਵ ਆਰ ਐਗਜ਼ਾਮਿਨਡ। अब ਦੇਖੋ ਹੁਣ ਇੱਥੇ ਐਗਜ਼ਾਮਿਨਡ ਦੀ ਗੱਲ ਕੀਤੀ ਗਈ ਹੈ। ਜਦੋਂ ਅਗਰ ਐਗਜ਼ਾਮਿਨਡ ਦੀ ਗੱਲ ਕੀਤੀ ਜਾਵੇ ਕਿ ਹਾਂ ਵੀ ਆਪਾਂ ਜਾਂਚ ਕਰ ਰਿਹਾ, ਤਾਂ ਉੱਥੇ ਕੀ ਆ ਜਾਊਗਾ, ਇਵੈਲੂਏਟਿੰਗ ਅਲਟਰਨੇਟਿਵ ਕੋਰਸ ਆਫ ਐਕਸ਼ਨ। ਤਾਂ ਸਿੰਪਲ ਹੈ ਇੱਥੇ ਜਦੋਂ ਆਪਾਂ ਜਾਂਚ ਦੀ ਗੱਲ ਕਰ ਰਹੇ ਹਾਂ ਤਾਂ ਅਲਟਰਨੇਟਿਵ ਕੋਰਸ ਆਫ ਐਕਸ਼ਨ ਦੀ ਗੱਲ ਹੈ। ਜਦੋਂ ਆਪਾਂ ਬੈਸਟ ਤੋਂ ਬੈਸਟ ਚੂਜ਼ ਕਰਨ ਦੀ ਗੱਲ ਆ ਜਾਏ ਤਾਂ ਸਿਲੈਕਟ ਐਂਡ ਅਲਟਰਨੇਟਿਵਸ ਵਾਲਾ ਪੁਆਇੰਟ ਆ ਜਾਏਗਾ। ਤਾਂ ਇਹ ਦਾ ਪਹਿਲੇ ਦਾ ਏ ਕੁਐਸਚਨ ਅਤੇ ਦੂਸਰੇ ਦਾ ਸੀ। ਕਲੀਅਰ ਹੈ ਗੱਲ ਸਟੂਡੈਂਟਸ? ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ। ਅਤੇ ਸਟੂਡੈਂਟਸ ਹੁਣ ਤੁਹਾਡਾ ਇਹ ਟੋਪਿਕ ਕਲੀਅਰ ਹੋ ਚੁੱਕਾ ਹੈ। ਆਹ ਹੁਣ ਦੇਖੋ ਅੱਗੇ ਜਿਹੜੇ ਟੋਪਿਕਸ ਨੇਗੇ ਆ, ਪਲਾਨ, ਸਿੰਗਲ ਯੂਜ਼ ਪਲਾਨ, ਠੀਕ ਹੈ, ਸਿੰਗਲ ਯੂਜ਼ ਪਲਾਨ ਹੋ ਗਿਆ। ਅੱਗੇ ਦੇਖੋ ਸਟੈਂਡਿੰਗ ਪਲਾਨਸ, ਜਿੰਨੇ ਵੀ ਆਹ ਟਾਈਪਸ ਆਫ ਪਲਾਨ, ਇਹ ਸਾਡਾ ਸਿਲੇਬਸ 'ਚ ਡਿਲੀਟ ਹੋ ਚੁੱਕਿਆ। ਠੀਕ ਹੈ ਸਟੂਡੈਂਟਸ, ਤਾਂ ਇਹ ਤੁਸੀਂ ਨਹੀਂ ਕਰਨਾ। ਇਸ ਤੋਂ ਪਹਿਲਾਂ ਜਿੰਨੇ ਵੀ ਟੋਪਿਕ ਕਰਾਏ ਨੇ ਸਾਰੇ ਕਰਨੇ ਨੇ, ਅਤੇ ਇਹ ਤੁਹਾਡੀ ਪਲੇਲਿਸਟ ਦੇ ਵਿੱਚ ਮਿਲ ਜਾਣਗੇ। ਅਤੇ 2020-21 ਵਾਸਤੇ ਡਿਲੀਟ ਹੋਇਆ, ਅਗਲੇ ਸਾਲ ਵਾਸਤੇ ਨਹੀਂ ਡਿਲੀਟ ਹੋਇਆ, ਇਸ ਸਾਲ ਵਾਸਤੇ ਡਿਲੀਟ ਹੋਇਆ। ਤਾਂ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਇਹ ਚੈਪਟਰ ਤੁਹਾਡਾ ਕੰਪਲੀਟ ਹੋ ਚੁੱਕਿਆ। ਅਤੇ ਜੈ ਹਿੰਦ।